ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਮਾਲੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਮਾਲੀ ਸਾਹਿਬ। ਸਭ ਤੋਂ ਪਹਿਲਾਂ ਵੱਡਾ ਸਵਾਲ ਜਿਹੜਾ ਪੰਜਾਬ ਦੇ ਅੱਗੇ ਆ ਕੇ ਖੜਾ ਹੋ ਜਾਂਦਾ ਹੈ ਕਿ ਪੰਜਾਬ ਦੀਵਾਲੀਏ ਦੀ ਕਗਾਰ ਤੇ ਹੈ। ਖਜ਼ਾਨੇ 'ਚ ਪੈਸਾ ਨਹੀਂ, ਮੁਫਤ ਦੀਆਂ ਸਕੀਮਾਂ ਸਰਕਾਰ ਨਿੱਤ ਜਿਹੜੀਆਂ ਉਹ ਲਾਗੂ ਕਰ ਰਹੀ ਹੈ, ਜਾਂ ਲੋਕਾਂ ਨੂੰ ਜਿਹੋ ਜਿਹਾ ਛਲਾਵੇ ਦੇ ਵਿੱਚ ਕਹਿ ਲਓ ਕਿ ਲਿਆਂਦਾ ਗਿਆ, ਤੁਹਾਨੂੰ ਆਹ ਵੀ ਦੇ ਦਿਆਂਗੇ, ਉਹ ਵੀ ਦੇ ਦਿਆਂਗੇ। ਸਰਕਾਰਾਂ ਬਣ ਜਾਂਦੀਆਂ, ਤਕਰੀਬਨ ਸਾਰੀਆਂ ਸਰਕਾਰਾਂ ਏਦਾਂ ਕਰਦੀਆਂ ਨੇ। ਕੱਲੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਆਮ ਆਦਮੀ ਪਾਰਟੀ ਇਸ ਪਾਸੇ ਇਸ ਰਾਹ ਨੂੰ ਤੁਰੀ ਹੈ। ਪਰ ਜੇਕਰ ਗੱਲ ਹੁਣ ਮੌਜੂਦਾ ਸਰਕਾਰ ਦੀ ਵੀ ਕਰ ਲਈ ਜਾਵੇ, ਇਸ਼ਤਿਹਾਰਬਾਜ਼ੀ ਤੇ ਵੀ ਸਵਾਲ ਖੜੇ ਹੁੰਦੇ ਨੇ। ਹੁਣ ਇਹ ਸਵਾਲ ਉੱਠਦਾ ਹੈ ਕਿ ਕੇਂਦਰ ਸਰਕਾਰ ਤੇ ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ ਆ, ਉਹ ਦਖਲਅੰਦਾਜ਼ੀ ਕਰਨ। ਪੰਜਾਬ ਦੇ ਵਿੱਚ ਜਿਹੜਾ ਫਾਲਤੂ ਦੇ ਖਰਚੇ ਨੇ ਉਹਨਾਂ ਨੂੰ ਰੋਕਿਆ ਜਾਵੇ, ਵਾਧੂ ਦੇ ਖਰਚਿਆਂ ਨੂੰ ਰੋਕ ਕੇ ਪੰਜਾਬ ਦੇ ਖਜ਼ਾਨੇ ਨੂੰ ਪੈਰਾਂ ਸਿਰ ਕੀਤਾ ਜਾਵੇ। ਭਾਵੇਂ ਤੇ ਕੁਝ ਸਮਾਂ ਲੱਗ ਸਕਦਾ, ਫੌਰੀ ਤੌਰ ਤੇ ਨਹੀਂ ਹੋ ਸਕਦਾ। ਪਰ ਕੀ ਇਹ ਹੱਲ ਜਿਹੜਾ ਹੈ, ਜਿਸ ਤਰ੍ਹਾਂ ਦੇ ਸੀਨੀਅਰ ਪੱਤਰਕਾਰ ਜਿਵੇਂ ਦੇ ਸਲਾਹਾਂ ਦੇ ਰਹੇ ਨੇ ਸਰਕਾਰ ਨੂੰ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਵੱਖ-ਵੱਖ ਤਰੀਕੇ ਉਹਨਾਂ ਨੇ ਦੱਸੇ ਨੇ, ਮੁਫਤ ਬਿਜਲੀ ਜਾਂ ਕੁਝ ਵੀ ਆ, ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਸੀ ਪਹਿਲਾਂ। ਉਹਦੇ ਉੱਤੇ ਦੱਸਿਓ ਕਿ ਪੰਜਾਬ ਦਾ ਖਜ਼ਾਨਾ ਜਾਂ ਪੰਜਾਬ ਜਿਹੜਾ ਉਹ ਇਸ ਤਰ੍ਹਾਂ ਸੂਤਰ ਆ ਸਕਦਾ। ਸੁਖਵਿੰਦਰ ਜੀ, ਸਭ ਤੋਂ ਵੱਡੀ ਗੱਲ ਇਹ ਆ, ਬਹੁਤ ਗੰਭੀਰ ਮਸਲਾ। ਜਿਵੇਂ ਕਹਿੰਦੇ ਆ ਨਾ, ਪੰਜਾਬ ਦੀ ਹੋਂਦ ਦਾ ਮਸਲਾ, ਇਹ ਵੀ ਪੰਜਾਬ ਦੇ ਪ੍ਰਸ਼ਾਸਨ ਦੀ ਹੋਂਦ ਦੀ ਮਸਲਾ, ਆਰਥਿਕ ਸੰਕਟ ਆ ਜਿਹੜਾ। ਪਰ ਸਵਾਲ ਤਾਂ ਇਹ ਆ ਨਾ ਜੀ ਵੀ ਇਹਦੀ ਜੜ ਕੀ ਆ। ਜੇ ਤੁਸੀਂ ਅੱਖਾਂ 'ਚ ਡੰਡੇ ਮਾਰਨੇ ਨੇ, ਟਾਹਣੀਆਂ ਤੇ ਮਤਲਬ ਸੋਟੀਆਂ ਮਾਰਨੀਆਂ ਨੇ, ਉਹਦੇ ਨਾਲ ਫਾਇਦਾ ਨਹੀਂ ਹੁੰਦਾ ਕੁਝ। ਜਿਵੇਂ ਆਪਾਂ ਸਿਆਸੀ ਖੇਤਰ ਦੇ ਵਿੱਚ ਪਹਿਲਾਂ ਗੱਲ ਕਰਦੇ ਹੋਏ ਅਕਸਰ ਕਹਿੰਦੇ ਹੁੰਦੇ ਆ ਕਿ ਭਾਰਤ ਦੇ ਵਿੱਚ ਫੈਡਰਲਿਜ਼ਮ ਤੇ ਜਮਹੂਰੀਅਤ ਦੋ ਸਕੀਆਂ ਭੈਣਾਂ ਨੇ, ਇੱਕੋ ਸਿੱਕੇ ਦੇ ਦੋ ਪਾਸੇ ਨੇ। ਜਿਉਂ-ਜਿਉਂ ਤੁਸੀਂ ਫੈਡਰਲਿਜ਼ਮ ਨੂੰ ਖਤਮ ਕਰੋਗੇ, ਤਿਉਂ-ਤਿਉਂ ਜਮਹੂਰੀਅਤ ਨੇ ਵੀ ਖਤਮ ਹੋਣਾ। ਹੁਣ ਜਿਹੜਾ ਪੁਆਇੰਟ ਤੁਸੀਂ ਉਠਾਇਆ, ਬੇਲੋੜੀਆਂ ਰੈਤਾਂ ਜਾਂ ਮੁਫਤ ਦੀਆਂ ਸਹੂਲਤਾਂ ਤੇ ਵੱਡੇ ਖਰਚੇ, ਇਹ ਵੀ ਆਪਸ ਦੇ ਵਿੱਚ ਜੁੜੇ ਹੋਏ ਨੇ। ਇਹਦਾ ਮਤਲਬ ਇਹ ਆ, ਜਿਵੇਂ ਇੱਕ ਕਹਾਵਤ ਆ ਨਾ ਵੀ ਕਿਸੇ ਨੂੰ ਮੱਛੀ ਖਾਣ ਨੂੰ ਨਾ ਦਿਓ ਇੱਕ ਦਿਨ, ਉਹਨੂੰ ਮੱਛੀ ਫੜਨ ਦੀ ਜਾਂਚ ਸਿਖਾ ਦਿਓ। ਭਗਵੰਤ ਮਾਨ ਵੀ ਬੜੇ ਜ਼ੋਰ ਨਾਲ ਕਹਿੰਦਾ ਹੁੰਦਾ ਸੀ ਵੀ ਆਹ ਮੁਫਤ ਸਹੂਲਤਾਂ ਦਾ ਕੀ ਮਤਲਬ ਜੀ, ਆਟੇ ਦਾਲ ਦਾ ਕੀ ਮਤਲਬ ਜੀ। ਤੁਸੀਂ ਉਹਨਾਂ ਨੂੰ ਰੁਜ਼ਗਾਰ ਦਿਓ, ਉਹ ਆਪਦਾ ਆਟਾ ਦਾਲ ਆਪ ਖਰੀਦਣ ਜੋਗਰੇ ਹੋ ਜਾਣ। ਹੁਣ ਜਿਹੜੇ ਸੁਝਾ ਰਹੇ ਨੇ, ਦੇਖੋ ਪੰਜਾਬ 'ਚ ਪਿਛਲੀ ਚੋਣ ਤੋਂ ਪਹਿਲਾਂ ਇਹ ਮੁੱਦਾ ਬੜੇ ਜ਼ੋਰ ਨਾਲ ਡਿਸਕਸ ਹੋਇਆ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਭਾਰਿਆ। ਪਹਿਲਾ ਮੁੱਦਾ ਉਹਨੇ ਉਭਾਰਿਆ, ਪਾਕਿਸਤਾਨ ਨਾਲ ਅਮਨ ਸ਼ਾਂਤੀ ਹੋਣੀ ਚਾਹੀਦੀ ਹੈ, ਵਾਘਾ ਬਾਰਡਰ ਖੁੱਲਣਾ ਚਾਹੀਦਾ। ਵਾਘਾ ਬਾਰਡਰ ਖੁੱਲਣ ਨਾਲ ਪੰਜਾਬ ਦੇ ਖੇਤੀ ਸੈਕਟਰ ਨੂੰ ਤੇ ਵਪਾਰੀਆਂ ਨੂੰ ਬਹੁਤ ਵੱਡਾ ਲਾਭ ਹੋਣਾ। ਦੂਜਾ ਸਵਾਲ ਉਹਨਾਂ ਨੇ ਉਭਾਰਿਆ, ਖੇਤੀ ਮਾਡਲ ਬਦਲਣਾ ਪੈਣਾ। ਖੇਤੀ ਮਾਡਲ ਆਪਦੇ ਆਪ ਨਹੀਂ ਬਦਲਿਆ ਜਾਣਾ। ਅਰਬਾਂ ਖਰਬਾਂ ਰੁਪਏ ਲਾ ਕੇ ਤੁਸੀਂ ਇਹ ਖੇਤੀ ਮਾਡਲ ਪੰਜਾਬ 'ਚ ਲਾਗੂ ਕੀਤਾ। ਹੁਣ ਹਨੇਰੀ ਸੁਰੰਗ ਦੇ ਵਿੱਚ ਲੋਕਾਂ ਨੂੰ ਧੱਕ ਕੇ ਕਹਿਣ ਲੱਗੇ ਕਿ ਜ਼ੀਰੋ ਖਰਚ ਵਾਲੀ ਖੇਤੀ ਕਰੋ ਜੀ। ਆ ਜਿਹੜੀ ਨਵੀਂ ਕਮੇਟੀ ਬਣਾਈ ਆ MSP ਦੇ ਨਾਂ ਤੇ, ਉਹ ਵੀ ਕਹਿੰਦੇ ਬਿਨਾਂ ਪੈਸੇ ਤੋਂ, ਬਿਨਾਂ ਖਰਚੇ ਤੋਂ ਖੇਤੀ ਕਰਨ ਦੀਆਂ ਤਕਨੀਕਾਂ ਨੇ ਜਿਹੜੀਆਂ, ਉਹ ਲੋਕ ਵਰਤਣ। ਹੁਣ ਜਦੋਂ ਤੱਕ ਸਰਕਾਰ ਨਹੀਂ ਸਹਾਇਤਾ ਦਿੰਦੀ, ਲੋਕ ਆਪਦੇ ਆਪ ਹਨੇਰੀ ਸੁਰੰਗ ਚੋਂ ਨਹੀਂ ਨਿਕਲਣਗੇ। ਨਹੀਂ ਤਾਂ ਫਿਰ ਲੋਕ ਇਹੀ ਕਹਿੰਦੇ ਨੇ ਵੀ ਜਿੱਥੇ ਸਾਰੀ ਜਾਣਗੇ, ਡੁੱਬੇਗੀ ਕਿਸ਼ਤੀ ਤੋਂ ਡੁੱਬੇਗੇ ਸਾਰੇ, ਨਾ ਹਮ ਹੀ ਬਚेंगे ਨਾ ਸਾਥੀ ਤੁਹਾਰੇ। ਲੋਕ ਫਿਰ ਇਸ ਗੱਲ ਤੇ ਆ ਜਾਂਦੇ ਨੇ। ਫਿਰ ਇਹ ਮਸਲਾ ਡਿਸਕਸ ਹੋਇਆ ਕਿ ਸਰਕਾਰੀ ਖਜ਼ਾਨੇ ਦਾ ਪੈਸਾ ਨਿੱਜੀ ਜੇਬਾਂ 'ਚ ਜਾ ਰਿਹਾ। ਸਰਕਾਰੀ ਖਜ਼ਾਨੇ ਨੂੰ ਘਰਲਾਂ ਪੈ ਰਹੀਆਂ ਨੇ। ਘਰਲਾਂ ਦੀ ਨਿਸ਼ਾਨਦੇਹੀ ਕੀਤੀ ਗਈ। ਨਵਜੋਤ ਸਿੰਘ ਸਿੱਧੂ ਨੇ ਵਾਰ-ਵਾਰ ਉਹ ਘਰਲਾਂ ਦੀ ਨਿਸ਼ਾਨਦੇਹੀ ਕੀਤੀ। ਪਹਿਲਾਂ ਸਾਡੇ ਕੁਦਰਤੀ ਸਰੋਤ ਲੁੱਟੇ ਜਾ ਰਹੇ ਨੇ। ਕੁਦਰਤੀ ਸਰੋਤਾਂ ਦੇ ਵਿੱਚ ਸਾਡਾ ਪਾਣੀ ਵੀ ਆਉਂਦਾ, ਪਣ ਬਿਜਲੀ ਵੀ ਆਉਂਦੀ ਆ, ਰੇਤਾ ਵੀ ਆਉਂਦਾ, ਹੋਰ ਬਹੁਤ ਸਾਰੀਆਂ ਸਾਡੀਆਂ ਸ਼ਾਮਲਾਤ ਜ਼ਮੀਨਾਂ ਵੀ ਆਉਂਦੀਆਂ ਨੇ। ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਆ ਜਿਹੜੀ, ਉਹ ਆਈ ਹੋਈ ਆ ਸਰਕਾਰ ਦੇ ਸਾਹਮਣੇ। ਸਰਕਾਰੀ ਖਜ਼ਾਨੇ ਚੋਂ ਘਰਲਾਂ ਬੰਦ ਕਰੋ। ਸਰਕਾਰੀ ਖਜ਼ਾਨਾ ਭਰੂ ਕਿਵੇਂ? ਭਰੂ ਉਸ ਤਰ੍ਹਾਂ ਜੇ ਤੁਸੀਂ ਰੇਤੇ ਦੀ ਸਰਕਾਰੀ ਕਾਰਪੋਰੇਸ਼ਨ ਬਣਾਓਗੇ, ਉਹਨੂੰ ਇੱਕ ਡਿਜੀਟਲ ਸਿਸਟਮ 'ਚ ਲਿਆਓਗੇ, ਰੁਜ਼ਗਾਰ ਵੀ ਮਿਲੂ ਤੇ ਰੇਤਾ ਸਸਤਾ ਵੀ ਮਿਲੂ। ਰੇਤਾ ਸਾਡੇ ਕੋਲੇ ਬਹੁਤ ਵੱਡੀ ਨਿਆਮਤ ਆ। ਇਸੇ ਤਰ੍ਹਾਂ ਸ਼ਰਾਬ ਦੀ ਕਾਰਪੋਰੇਸ਼ਨ ਦੀ ਗੱਲ ਆਈ। ਇਹ ਜਿਹੜੀਆਂ ਗੱਲਾਂ ਡਿਸਕਸ ਹੋ ਚੁੱਕੀਆਂ ਨੇ,
ਜੇ ਤੁਸੀਂ ਬਿਜਲੀ ਸਮਝੌਤੇ ਰੱਦ ਨਹੀਂ ਕਰਦੇ, ਬਿਜਲੀ ਸਮਝੌਤੇ ਜਿੱਥੇ ਬਿਨਾਂ ਬਿਜਲੀ ਖਰੀਦੇ 3000 ਕਰੋੜ ਰੁਪਈਆ ਸਾਲ ਦਾ ਦਿੱਤਾ ਜਾਂਦਾ, ਜਿੱਥੇ ਇੰਨੇ ਬਿਜਲੀ ਮਹਿੰਗੀ ਕੀਤੀ ਜਾਂਦੀ ਆ, ਉੱਥੇ ਤੁਸੀਂ ਹੱਥ ਨਹੀਂ ਧਰਦੇ। ਤੇ ਦੂਜੇ ਪਾਸੇ ਤੁਸੀਂ ਮੁਫਤ ਬਿਜਲੀ ਕਹਿੰਦੇ ਹੋ ਖੇਤਾਂ ਦੀ ਬੰਦ ਕਰ ਦਿਓ। ਤੁਸੀਂ ਨਹਿਰੀ ਪਾਣੀ ਦਾ ਸਿਸਟਮ ਆ ਜਿਹੜਾ ਉਹਨੂੰ ਸੁਧਾਰੋ। ਇੱਕ ਕਿਸਾਨ ਯੂਨੀਅਨ ਨੇ ਬੜੇ ਵੱਡੇ ਪੱਧਰ ਤੇ ਵਿਰੋਧ ਕੀਤਾ ਕਿ ਪੰਜਾਬ ਦੀ ਵੱਧ ਤੋਂ ਵੱਧ ਜਿਹੜੀ ਖੇਤੀ ਸਿੰਚਾਈ ਆ ਉਹ ਨਹਿਰੀ ਪਾਣੀ ਦੇ ਸਿੰਚਾਈ ਦੇ ਹੇਠਾਂ ਲਿਆਓ। ਉਹ ਸਾਡੀ ਕੁਦਰਤੀ ਨਿਆਮਤ ਆ, ਉਹਨੂੰ ਅਸੀਂ ਵਰਤ ਨਹੀਂ ਰਹੇ। 70% ਸਾਡਾ ਪਾਣੀ ਬਾਹਰ ਜਾ ਰਿਹਾ, ਉਹਦੀ ਅਸੀਂ ਕੀਮਤ ਨਹੀਂ ਲੈ ਰਹੇ। 53% ਬਿਜਲੀ ਬਾਹਰ ਜਾ ਰਹੀ ਆ। 2 ਵਾਰ ਅਸੈਂਬਲੀ ਨੇ ਮਤਾ ਪਾਸ ਕਰਤਾ ਕਿ ਪੰਜਾਬ ਦੀ ਨਿਆਮਤ ਇਹ ਪੰਜਾਬ ਦਾ ਸਾਧਨ ਆ। ਦੂਜੇ ਰਾਜਾਂ ਨਾਲ ਸਰਕਾਰਾਂ ਇਹਦਾ ਮੁੱਲ ਲੈਣ ਲਈ, ਪੈਸੇ ਲੈਣ ਲਈ ਗੱਲ ਤੈਅ ਕਰਨ। 1955 ਚ ਜਿਹੜੀ ਮੀਟਿੰਗ ਹੋਈ ਆ ਜਿਹਦੇ ਵਿੱਚ ਰਾਜਸਥਾਨ ਨੂੰ ਪਾਣੀ ਦਿੱਤਾ, ਜਿਹਦੇ ਵਿੱਚ ਲਿਖਿਆ ਗਿਆ ਕਿ ਇਸ ਪਾਣੀ ਦਾ ਮੁੱਲ ਤੈਅ ਕਰਨ ਲਈ ਅਗਲੀ ਮੀਟਿੰਗ ਕੀਤੀ ਜਾਊ, ਉਹ ਅੱਜ ਤੱਕ ਨਹੀਂ ਹੋਈ। ਉਸ ਤੋਂ ਪਹਿਲਾਂ ਬੀਕਾਨੇਰ ਤੇ ਪਟਿਆਲਾ ਰਿਆਸਤ ਪੰਜਾਬ ਤੋਂ ਪਾਣੀ ਲੈਂਦੇ ਸੀ, ਮੁੱਲ ਦਿੰਦੇ ਸੀ। ਸੋ ਮੇਰੇ ਕਹਿਣ ਦਾ ਮਤਲਬ ਆ ਜਿਹੜੀਆਂ ਬੁਨਿਆਦੀ ਗੱਲਾਂ ਨੇ ਉਹਨਾਂ ਤੇ ਸਾਰੀਆਂ ਪਾਰਟੀਆਂ ਦੀਆਂ ਪੋਜੀਸ਼ਨਾਂ ਇੱਕ ਨੇ। ਪਾਰਟੀਆਂ ਦਾ ਬੜਾ ਰੌਲਾ ਨਹੀਂ ਹੈ ਇਹ ਤੇ, ਪਰ ਉਹ ਲੋਕਾਚਾਰੀ ਪੋਜੀਸ਼ਨਾਂ ਲੈ ਲੈਂਦੀਆਂ ਨੇ। ਇਹ ਤੇ ਲੜਾਈ ਨਹੀਂ ਲੜਦੀਆਂ, ਸੰਘਰਸ਼ ਨਹੀਂ ਕਰਦੀਆਂ, ਲੋਕਾਂ ਨੂੰ ਨਾਲ ਨਹੀਂ ਲੈਂਦੀਆਂ। ਹੁਣ ਤਾਂ ਕਿਸਾਨ ਯੂਨੀਅਨਾਂ ਵੀ ਇਸ ਗੱਲ ਤੇ ਆ ਗਈਆਂ ਵੀ ਮੱਛੀ ਮੋਟਰਾਂ ਨੇ ਪਤਾਲ ਚੋਂ ਪਾਣੀ ਕੱਢ ਲਿਆਂਦਾ, ਪਾਣੀ ਦੂਸ਼ਿਤ ਹੋ ਗਿਆ ਪੀਣ ਵਾਲਾ, ਤੇ ਇਜ਼ਰਾਈਲ ਦੀਆਂ ਕੰਪਨੀਆਂ ਨਾਲ ਸਮਝੌਤੇ ਹੋ ਰਹੇ ਨੇ ਕਿ ਸਾਫ਼ ਪਾਣੀ ਲੋਕਾਂ ਨੂੰ ਕਿਵੇਂ ਦੇਣਾ, ਤੇ ਉਹ ਪਾਣੀ ਸਾਫ਼ ਕਰਕੇ ਪਾਣੀ ਮੁੱਲ ਵਿਕਣ ਲੱਗੂਗਾ। ਤੇ ਵੱਡੇ ਸ਼ਹਿਰਾਂ 'ਚ ਤਾਂ ਆਕਸੀਜਨ ਵੀ ਮੁੱਲ ਮਿਲਣ ਲੱਗ ਗਈ, ਹਵਾ ਵੀ। ਸੋ ਇਹ ਬੁਨਿਆਦੀ ਗੱਲਾਂ ਨੇ ਜਿਨ੍ਹਾਂ ਤੇ ਸਿਆਸਤਦਾਨਾਂ ਨੂੰ, ਅਫਸਰਸ਼ਾਹਾਂ ਨੂੰ, ਬੁੱਧੀਜੀਵੀਆਂ ਨੂੰ, ਲੇਖਕਾਂ ਨੂੰ ਕੇਂਦਰਿਤ ਕਰਨਾ ਚਾਹੀਦਾ। ਜੇ ਮਨਪ੍ਰੀਤ ਵਾਲੇ ਟੱਲੇ ਮਾਰਨੇ ਨੇ ਵੀ ਇੱਕ ਡੰਗ ਰੋਟੀ ਨਾ ਖਾਓ ਜੀ, ਇੱਕ ਡੰਗ ਆ ਨਾ ਕਰੋ ਜੀ, ਬਿਜਲੀ ਨਾ ਬਾਲੋ ਜੀ। ਦੇਖੋ ਲੋਕਾਂ ਦਾ ਜਦੋਂ ਜੀਵਨ ਪੱਧਰ ਇੱਕ ਥਾਂ ਤੇ ਆ ਜਾਂਦਾ ਤਾਂ ਜਿਹਨੇ ਸਕੂਟਰ ਲੈ ਲਿਆ ਹੋਵੇ ਉਹ ਮੁੜ ਕੇ ਸਾਈਕਲ ਤੇ ਨਹੀਂ ਜਾਂਦਾ, ਜਿਹਨੇ ਏਸੀ ਗੱਡੀ ਲੈ ਲਈ ਹੋਵੇ ਉੱਥੇ ਨਹੀਂ ਜਾਂਦਾ। ਛੇਤੀ ਕੀਤੇ ਆ ਜਾਣਾ ਪੈ ਜਾਂਦਾ, ਕਈ ਵਾਰ ਤਿਆਰ ਹੋਣਾ ਚਾਹੀਦਾ। ਬਾਕੀ ਸੁਝਾਅ ਠੀਕ ਨੇ। ਤਨਖਾਹਾਂ ਵਧਾਉਣ ਦਾ ਕੰਮ ਆ ਜਿਹੜਾ ਰੋਕੋ। ਬਹੁਤ ਨੇ ਤਨਖਾਹਾਂ, ਜਿਨ੍ਹਾਂ ਦੀਆਂ ਘੱਟ ਨੇ ਉਹਨਾਂ ਨੂੰ ਪੂਰੀਆਂ ਕਰੋ, ਜਿਹੜੇ ਕੱਚੇ ਨੇ ਉਹਨਾਂ ਨੂੰ ਪੱਕੇ ਕਰਨ ਵਾਲੇ ਪਾਸੇ ਤੁਰੋ। ਜਾਣੀ ਸਾਡੇ ਕੋਲੇ ਸਾਧਨ ਬਹੁਤ ਨੇ, ਉਹਨਾਂ ਦੀ ਦੁਰਵਰਤੋਂ ਹੋ ਰਹੀ ਆ। ਹੁਣ ਤੁਸੀਂ ਵੇਖ ਲਓ ਸਾਡਾ ਸਰਵੇ ਦੇ ਵਿੱਚ ਸਿਹਤ ਵਿਭਾਗ ਵੀ ਸਭ ਤੋਂ ਬੈਟਰ ਆ, 7 ਲੇਅਰ ਆ। ਤੁਹਾਡੇ ਕੋਲੇ ਬਹੁਤ ਮੁਲਾਕਾਤਾਂ ਹੋਈਆਂ ਨੇ ਆਪਣਾ ਸਿਹਤ ਵਿਗਿਆਨੀਆਂ ਦੀਆਂ। ਸਿੱਖਿਆ ਜਿਹੜਾ ਸਾਡਾ ਸਿਸਟਮ ਆ, ਸਾਰੇ ਮੁਲਕ ਦਾ ਮਾੜਾ ਹਾਲ ਆ, ਸਾਡਾ ਵੀ ਮਾੜਾ ਹਾਲ ਆ, ਸੁਧਾਰ ਦੀ ਲੋੜ ਆ। ਉਹ ਸਰਵੇ 'ਚ ਫੇਰ ਪਹਿਲੇ ਨੰਬਰ ਤੇ ਆ ਗਿਆ। ਤੇ ਸਾਡੇ ਵਿਦਿਆਰਥੀ ਪਾਸ ਪਰਸੈਂਟੇਜ ਦੇ ਵਿੱਚ ਉਹ ਫੇਰ ਦਿੱਲੀ ਨੂੰ ਪਿੱਛੇ ਛੱਡ ਗਏ। ਤੇ ਅਸੀਂ ਸਿਹਤ ਵਾਲਿਆਂ ਨੂੰ ਸੁਧਾਰਨ ਦੀ ਥਾਂ, ਮੌਜੂਦਾ ਸਕੂਲਾਂ ਨੂੰ ਸੁਧਾਰਨ ਦੀ ਥਾਂ ਅਸੀਂ ਕਹਿੰਦੇ ਜੀ ਇੰਨੇ ਸਕੂਲ ਨਵੇਂ ਖੋਲਾਂਗੇ। ਅਸੀਂ ਹੁਣ ਮਹੱਲਾ ਕਲੀਨਿਕ ਵਾਲਾ ਤੋਰਾ ਤੋੜ ਲਿਆ। ਅਸੀਂ ਜਾ ਕਿੱਧਰ ਨੂੰ ਰਹੇ ਹਾਂ? ਅਸੀਂ ਜੋ ਹਾਸਲ ਸਾਡੇ ਕੋਲੇ ਸਮਰੱਥਾ ਸਾਧਨਾ, ਉਹਨਾਂ ਦੀ ਸਦਵਰਤੋਂ ਕਰਨ ਦੀ ਥਾਂ, ਉਹਨਾਂ ਦੀ ਸੰਜਮ ਨਾਲ ਵਰਤੋਂ ਕਰਨ ਦੀ ਥਾਂ ਅਸੀਂ ਤਾਂ ਦੁਰਵਰਤੋਂ ਦੇ ਰਾਹ ਪਏ ਹੋਏ ਹਾਂ। ਸਰਕਾਰ ਇਸ਼ਤਿਹਾਰਬਾਜ਼ੀ ਤੋਂ ਨਹੀਂ ਹਟਦੀ, ਇੰਨਾ ਝੂਠ ਬੋਲਦੀ ਆ। ਮਤਲਬ ਮੈਂ ਤਾਂ ਦੇਖ ਲਿਆ ਕੇਜਰੀਵਾਲ ਜਦੋਂ ਸਭ ਤੋਂ ਵੱਡੇ ਜ਼ੋਰ ਨਾਲ ਬੋਲੇ ਉਦੋਂ ਮੰਨ ਲਓ ਝੂਠ ਬੋਲਦਾ। ਤੁਸੀਂ ਤੁਹਾਡਾ ਕੋਈ ਰਿਸ਼ਤੇਦਾਰ ਆ ਜੀ ਪੰਜਾਬ 'ਚ, ਗੱਲ ਕਰ ਲਓ, ਮੁਫਤ ਬਿਜਲੀ ਦੇਤੀ, ਲੈ ਦੱਸੋ ਜੀ ਕਿਹੜਾ ਰਿਸ਼ਤੇਦਾਰ ਆ? ਅਗਲਾ ਕਹਿੰਦਾ ਯਾਰ ਜਦੋਂ ਟੈਲੀਫੋਨ ਕਰਕੇ ਕਹਿੰਦਾ ਕਿਸੇ ਨੂੰ ਵੀ ਪੁੱਛ ਲਓ, ਗੱਲ ਸੱਚੀ ਉਹ ਕਹਿੰਦਾ ਹੋ। ਪੰਜਾਬ ਦੇ ਵਿੱਚ ਕੱਟੜ ਇਮਾਨਦਾਰ ਸਰਕਾਰ ਜੀ, ਜਦੋਂ ਇਹ ਗੱਲ ਆਉਂਦੀ ਆ ਪਤਾ ਠੀਕ ਆ 92 ਦੇ ਗਲ 'ਚ ਤੁਸੀਂ ਇਮਾਨਦਾਰੀ ਦਾ ਪਟਾ ਪਾਤਾ ਤੇ ਵੱਡੇ ਸੌਦੇ ਸਾਰੇ ਰਾਘਵ ਚੱਡਾ ਕਰ ਰਿਹਾ। ਰਾਜ ਸਭਾ ਦੀਆਂ ਸੀਟਾਂ ਦੇ ਸੌਦੇ ਹੋ ਰਹੇ ਨੇ, ਐਕਸਾਈਜ਼ ਪਾਲਿਸੀ ਦੀਆਂ ਸੀਟਾਂ ਦੇ ਸੌਦੇ ਹੋ ਰਹੇ ਨੇ, ਨਵੇਂ ਟੈਂਡਰ ਕੱਢੇ ਨੇ ਬਿਨਾਂ ਮੰਗੇ, ਆਟਾ ਪੀ ਕੇ ਦੇਵਾਂਗੇ ਉਹਦੇ ਟੈਂਡਰ ਕੱਢੇ ਜਾ ਰਹੇ ਨੇ, ਸੌਦੇ ਹੋ ਰਹੇ ਨੇ। ਸੋ ਬੁਨਿਆਦੀ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਆ। ਜਦੋਂ ਉਸ ਪਾਸੇ ਅਸੀਂ ਤੁਰਾਂਗੇ ਤਾਂ, ਕਿਉਂਕਿ ਅਲਝਾਈ ਤਾਣੀ ਬਹੁਤ ਬੁਰੀ ਤਰ੍ਹਾਂ ਹੋਈ ਆ, ਇਹਨੂੰ ਬਹੁਤ ਸੋਗਵੀ ਨਾਲ ਸੁਲਝਾਉਣ ਦੀ ਲੋੜ ਆ। ਟੱਲੇ ਮਾਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਸੁਖਵਿੰਦਰ ਜੀ ਜੀ ਸਿੱਧੂ ਸਾਹਿਬ ਵਾਲਾ ਮੰਤਰ ਤਾਂ ਹੁਣ ਨਵਜੋਤ ਸਿੱਧੂ ਹੀ ਲਾਗੂ ਕਰ ਸਕਦੇ ਨੇ। ਬਾਕੀ ਮੇਰੇ ਖਿਆਲ 'ਚ ਕਿਸੇ ਵੀ ਸਿਆਸੀ ਪਾਰਟੀ ਦੇ ਉਹ ਫਿੱਟ ਨਹੀਂ ਬਹਿਣਾ ਹੈਗਾ। ਜੇ ਫਿੱਟ ਬਹਿ ਵੀ ਗਿਆ
ਤਾਂ ਉਸ ਤਰੀਕੇ ਨਾਲ ਉਹਨੇ ਕੰਮ ਨਹੀਂ ਕਰਨਾ, ਕਿਉਂਕਿ ਉਹਦੇ ਲਈ ਨੀਤੀ ਤੇ ਨੀਅਤ ਵੀ ਚਾਹੀਦੀ ਹੈ। ਮਾਲੀ ਸਾਹਿਬ, ਮੈਂ ਮਾਲੀ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜਦੋਂ ਢਿੱਡ ਘੁੱਟਣ ਦੀਆਂ ਗੱਲਾਂ ਹੁੰਦੀਆਂ ਨੇ, ਤਾਂ ਇੱਕ ਮੇਰੇ ਚੇਤੇ ਵਿੱਚ ਆਇਆ ਕਿ ਜਦੋਂ ਕਿਸੇ ਸਮੇਂ ਕਹਿੰਦੇ ਕਾਲ ਪਿਆ ਤੇ ਉਦੋਂ ਇਹ ਐਲਾਨ ਕੀਤਾ ਗਿਆ ਜੀ ਇੱਕ ਟਾਈਮ ਦੀ ਸ਼ਾਇਦ ਰੋਟੀ ਛੱਡ ਦਿਓ, ਤੇ ਉਹਦੇ ਨਾਲ ਜਿਹੜਾ ਭੁੱਖਮਰੀ ਨੂੰ ਦੂਰ ਕੀਤਾ ਜਾ ਸਕਦਾ ਸੀ, ਜਾਂ ਉਹਦੇ ਨਾਲ ਭੁੱਖਮਰੀ ਦੂਰ ਹੋਈ, ਉਹਦੇ ਨਾਲ ਅਨਾਜ ਦੇ ਵਿੱਚ ਵਾਧਾ ਹੋਇਆ। ਇਸ ਤਰ੍ਹਾਂ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪੰਜਾਬ ਨੂੰ ਦੀਵਾਲੀਏ ਤੋਂ ਬਚਾਉਣਾ ਹੈ ਤਾਂ ਇਹਦੇ ਸਾਰੇ ਖਰਚਿਆਂ ਨੂੰ ਰੋਕ ਦਿੱਤਾ ਜਾਏ, ਸੀਮਤ ਕਰ ਦਿੱਤਾ ਜਾਏ। ਇਹ ਠੀਕ ਹੈ? ਦੇਖੋ ਜੀ, ਉਹ ਸਮਿਆਂ ਦੀ ਗੱਲ ਆ ਜਦੋਂ ਸਾਡੇ ਕੋਲੇ ਸਾਧਨ ਨਹੀਂ ਸੀ, ਉਹਨਾਂ ਦੀ ਜਲਦੀ ਸਹੀ ਵਰਤੋਂ ਕਰਕੇ ਉਹ ਘਾਟਾ ਪੂਰਿਆ ਨਹੀਂ ਜਾ ਸਕਦਾ ਸੀ, ਤੇ ਲੋਕਾਂ ਨੂੰ ਕੁਰਬਾਨੀ ਕਰਨੀ ਚਾਹੀਦੀ ਹੈ, ਕਰਨੀ ਪੈਣੀ ਹੁੰਦੀ ਹੈ, ਫਾਇਦਾ ਹੁੰਦਾ। ਜਾਪਾਨ ਦੀਆਂ ਉਦਾਹਰਨਾਂ ਦਿੰਦੇ ਨੇ ਕਿ ਉਹਨਾਂ ਨੇ ਜਦੋਂ ਰੋਸ ਪ੍ਰਗਟ ਕਰਨਾ ਹੁੰਦਾ, ਉਹ 8 ਘੰਟੇ ਦੀ ਥਾਂ 12 ਘੰਟੇ ਕੰਮ ਕਰਨ ਲੱਗ ਜਾਂਦੇ ਨੇ। ਸੋ ਉਹ ਜੇ ਲੋਕਾਂ ਦਾ ਮਾਨਸਿਕਤਾ ਸਿਰਜਣ ਲਈ ਉਹਨਾਂ ਦਾ ਰਿਸਪੌਂਸ ਸਿਸਟਮ, ਦਿਮਾਗੀ ਜਿਹੜਾ ਰਵੱਈਆ ਬਦਲਣ ਦੇ ਲਈ ਬੜੀ ਵੱਡੀ ਮਿਹਨਤ ਦੀ ਲੋੜ ਪੈਂਦੀ ਆ, ਤੇ ਉਹਦੇ ਖਾਤਰ ਰੋਲ ਮਾਡਲ ਹੁੰਦੇ ਨੇ ਸਾਹਮਣੇ। ਜਿਹੜੇ ਸਾਡੇ ਰੋਲ ਮਾਡਲ ਨੇ, ਇਹ ਜਿਹੜਾ ਕਹੂਗਾ ਐਂ ਘੱਟ ਕਰ ਲਓ ਜੀ, ਉਹ ਕਾਹਦੇ ਆਧਾਰ ਤੇ ਕਹੂ ਜੀ? ਉਹਦੇ ਆਪਦੇ ਖਰਚੇ ਕੀ ਨੇ ਜੀ? ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਸਿਕਿਉਰਿਟੀ ਘੱਟ ਕਰ ਲਓ, ਤੇ ਦੇਖ ਲਈ ਭਗਵੰਤ ਮਾਨ ਦੀ ਸਿਕਿਉਰਿਟੀ। ਰਾਘਵ ਚੱਡਾ ਜਿਹਦਾ ਲੱਲਾ ਨਹੀਂ ਪੰਜਾਬ ਨਾਲ ਖੱਖਾ ਨਹੀਂ, ਨਾ ਉਹ ਪੰਜਾਬ ਦੇ ਪ੍ਰਸ਼ਾਸਨ 'ਚ ਦਖਲ ਦੇ ਸਕਦਾ, ਉਹਦੀ ਸਿਕਿਉਰਿਟੀ ਦੇਖ ਲਓ। ਕੇਜਰੀਵਾਲ ਨੂੰ ਆਪ ਦਾ ਪੰਜਾਬ ਦਾ ਕਨਵੀਨਰ ਐਲਾਨ ਕੇ ਉਹਦੀ ਸਿਕਿਉਰਿਟੀ ਦੇਖ ਲਓ। ਸੋ ਇਸ ਕਰਕੇ ਮੈਂ ਤੁਹਾਨੂੰ ਗੱਲ ਇਹੀ ਕਹਿਣਾ, ਅਮਨ ਕਾਨੂੰਨ ਦੀ ਸਮੱਸਿਆ ਪੈਦਾ ਹੋਣ ਦਾ ਇੱਕ ਕਾਰਨ ਇਹ ਆ ਕਿ ਪੁਲਿਸ ਦੀ ਵੱਡੀ ਫੋਰਸ ਇਹਨਾਂ ਕੰਮਾਂ ਤੇ ਲੱਗੀ ਹੋਈ ਆ, ਤੇ ਘਟਾਓ ਜੀ ਇਹਨਾਂ ਨੂੰ। ਇਹ ਘਟਾਉਣ ਦਿੰਦੇ ਨਹੀਂ ਏਜੰਸੀਆਂ ਨੇ, ਉਹ ਇੱਕ ਅੱਧਾ ਡਰੋਨ ਫੜ ਲੈਂਦੀਆਂ ਨੇ, 2-4 ਪਾਸੇ ਹੋਰ ਗੱਲ ਕਰ ਲੈਂਦੀਆਂ ਨੇ। ਤੇ ਹੁਣ ਤਾਂ ਜਿਹੜੇ ਗੈਂਗਸਟਰ ਆ, ਜਿਵੇਂ ਇਹਨਾਂ ਦੀ ਸਿਆਸੀ ਵਰਤੋਂ ਕੀਤੀ ਜਾ ਰਹੀ ਆ, ਇਹ ਸਮਾਂ ਤੇ ਲੋਕਾਂ ਨੂੰ ਵੀ ਡਰਾਇਆ ਜਾ ਰਿਹਾ ਸਿਆਸਤਦਾਨਾਂ ਦੇ ਨਾਲ ਨਾਲ। ਸੋ ਲੋਕਾਂ ਨੂੰ ਕੁਰਬਾਨੀ ਕਰਨੀ ਚਾਹੀਦੀ ਆ, ਮੈਂ ਕਹਿਣਾ, ਪਰ ਹੋਵੇ ਉੱਤੋਂ ਸ਼ੁਰੂ। ਜਦੋਂ ਉੱਤੋਂ ਦਿਸੂ ਨਾ ਵੀ ਮਮਤਾ ਬੈਨਰਜੀ ਆ ਜਿਹੜੀ, ਉਹ ਪਾਣੀ, ਹੜ੍ਹਾਂ ਦਾ ਪਾਣੀ ਆ, ਸੜਕ ਤੇ ਖੜੀ ਨੰਗੇ ਪੈਰੀ ਜਾਇਜ਼ਾ ਲੈ ਰਹੀ ਆ, ਤੇ ਅਸੀਂ ਹੈਲੀਕਾਪਟਰਾਂ 'ਚ ਲੈਣਾ। ਜਦੋਂ ਤ੍ਰਿਪੁਰਾ ਦਾ ਮੁੱਖ ਮੰਤਰੀ ਮਾਨਕ ਗੋਇਲ ਆ ਜਿਹੜਾ ਚੱਪਲਾਂ ਪਾ ਕੇ ਜਾਂਦਾ, ਅਸੀਂ ਉਹ ਦੇਖਦੇ ਹਾਂ। ਤੋ ਇਸ ਕਰਕੇ ਉੱਪਰੋਂ ਸ਼ੁਰੂ ਹੋਣੀਆਂ, ਵੱਡੇ ਅਫਸਰਾਂ ਤੋਂ ਸ਼ੁਰੂ ਹੋਣੀਆਂ। ਤੁਸੀਂ ਤਾਂ ਜਿੰਨੇ ਸਾਰੇ ਅਫਸਰ ਨੇ, ਉਹਨਾਂ ਨੂੰ ਇੰਨੀਆਂ ਪੈਨਸ਼ਨਾਂ ਦੇ ਬਾਵਜੂਦ ਉਹਨਾਂ ਖਾਤਰ ਕਿੰਨੇ ਅਦਾਰੇ ਬਣਾ ਰੱਖੇ ਨੇ, ਕਿੰਨੇ ਅਦਾਰੇ ਬਣਾ ਰੱਖੇ ਨੇ। ਨਾਲ ਦੀ ਨਾਲ ਉਹ ਰਿਟਾਇਰ ਹੁੰਦੇ ਨੇ, ਸਰਕਾਰ ਦਾ ਕੰਮ ਕਰਦੇ ਨੇ, ਨਾਲ ਦੀ ਨਾਲ ਨਵੀਂ ਚੇਅਰਮੈਨੀ। ਕਿੰਨੇ ਕਮਿਸ਼ਨ ਨੇ, ਕਿੰਨੇ ਬਣਾਏ ਹੋਏ ਨੇ ਮੁਫਤ ਦੇ ਚਿੱਟੇ ਹਾਥੀ। ਅੱਜ ਇੱਕ ਖਬਰ ਆਈ ਆ ਕਿ ਲੋਕਪਾਲ ਆ ਜਿਹੜਾ ਪੰਜਾਬ ਦਾ, ਉਹਨੇ ਮੀਟਿੰਗ ਕੀਤੀ ਆ। ਪਹਿਲੀ ਮੀਟਿੰਗ ਹੈ ਇਹਦੀ ਜਿੱਦਾਂ ਦਾ ਬਣਿਆ। ਇੱਕ ਰਿਟਾਇਰ ਜੱਜ ਤਨਖਾਹਾਂ ਲਈ ਜਾਂਦਾ, ਸਹੂਲਤਾਂ ਲਈ ਜਾਂਦਾ। ਸੋ ਇਸ ਕਰਕੇ ਜਿਹੜਾ ਪ੍ਰਸ਼ਾਸਨ ਆ, ਉਹਨੂੰ ਚੁਸਤ ਦਰੁਸਤ ਕਰਨਾ, ਉਹਨੂੰ ਕਿਫਾਇਤ ਤੇ ਲਿਆਉਣਾ। ਜੇ ਤੁਸੀਂ ਇਹੀ ਕਰਨਾ, ਅਸੀਂ ਪੇਪਰਲੈਸ ਬਜਟ ਪੇਸ਼ ਕਰਕੇ 21 ਲੱਖ ਰੁਪਈਆ ਬਚਾ ਲਿਆ ਜੀ, ਤੇ ਉਹਦੀ ਮਸ਼ਹੂਰੀ ਤੇ 42 ਲੱਖ ਖਰਚਤਾ। ਇਹ ਤਾਂ ਸੱਪ ਲੰਮਾ ਗੋਹ ਚੌੜੀ ਵਾਲਾ ਗੱਲ ਬਣ ਗਈ, ਤੇ ਇਹਦੇ ਨਾਲ ਕਿਹੜੀ ਬਚਤ ਹੋ ਸੁਖਵਿੰਦਰ ਜੀ? ਤੇ ਲੋਕ ਗੱਲ ਤੋਂ ਪ੍ਰੇਰਿਤ ਹੋਣਗੇ। ਜੀ ਜੀ। ਪਰ ਮਾਲੀ ਸਾਹਿਬ, ਤੁਸੀਂ ਜਦੋਂ ਗੱਲ ਕਰਦੇ ਹੋ ਕਿ ਬਦਲਾਅ ਏਦਾਂ ਨਹੀਂ ਆ ਸਕਦਾ, ਮੁੱਖ ਮੰਤਰੀ ਸਾਹਿਬ ਉੱਤੇ ਹੈਲੀਕਾਪਟਰ 'ਚ ਗੇੜਾ ਮਾਰਦੇ ਨੇ, ਤੇ ਕਈ ਸਟੇਟਾਂ ਦੇ ਮੁੱਖ ਮੰਤਰੀ ਕੋਈ ਚੱਪਲਾਂ ਦੇ ਵਿੱਚ, ਕੋਈ ਪਾਣੀ 'ਚ ਖੜਿਆ, ਪਰ ਇਹ ਕਿਤੇ ਇਹ ਨਾ ਹੋਵੇ ਕਿ ਸਿਰਫ ਦਿਖਾਵੇ ਮਾਤਰ ਰਹਿ ਜੇ। ਤੁਸੀਂ ਦੇਖੋ ਕਿ ਅਸੀਂ ਜਦੋਂ ਗੱਲ ਕਹਿੰਦੇ ਆ ਕਿ ਖਜ਼ਾਨੇ ਖਾਲੀ ਨੇ, ਭਾਰਤ ਦਾ ਵੀ ਹਾਲ, ਜਿਹੜੀ ਆਰਥਿਕਤਾ ਆ ਉਹ ਕਿਸ ਤਰ੍ਹਾਂ ਡੁੱਬਦੀ ਜਾ ਰਹੀ ਆ, ਉਹਦੇ ਵਿਚਾਲੇ ਜਿਹੜੇ ਲੀਡਰਾਂ ਦੇ ਢਿੱਡ ਵਧੇ ਹੋਏ ਨੇ। ਤੁਸੀਂ ਦੇਖੋ ਕਿ ਜੋ ਕੁਝ ਈਡੀ ਦੇ ਜ਼ਰੀਏ ਉੱਥੋਂ ਨਿਕਲ ਕੇ ਸਾਹਮਣੇ ਆ ਰਿਹਾ, ਪੱਛਮੀ ਬੰਗਾਲ 'ਚੋਂ 50-50 ਕਰੋੜ ਤੋਂ ਉੱਤੇ ਦੀ ਨਗਦੀ, ਜਾਂ ਹਾਲੇ ਤਾਂ ਇਹ ਸ਼ੁਰੂਆਤੀ ਜਾਂਚ ਹੈ, ਗਾਂ ਪਤਾ ਨਹੀਂ ਕੀ ਨਿਕਲਣਾ ਮੰਤਰੀ ਸਾਹਿਬ ਦੇ ਕੋਲੋਂ। ਤੇ ਇੱਧਰ ਦਿੱਲੀ ਦੇ ਵਿੱਚ ਤੁਸੀਂ ਦੇਖ ਲਓ, ਸਤਿੰਦਰ ਜੈਨ, ਉਹਨਾਂ ਦੇ ਖਿਲਾਫ ਵੀ ਚਾਰਜ ਸ਼ੀਟ ਦਾਖਲ ਹੋ ਗਈ ਆ। ਪੰਜਾਬ 'ਚ ਦੇਖ ਲਓ ਕਿ ਮੰਤਰੀ ਸਾਹਿਬ ਜਿਹੜੇ ਸੀਗੇ ਸਿਹਤ ਮੰਤਰੀ, ਉਹਨਾਂ ਦੇ ਖਿਲਾਫ ਵੀ ਚਾਰਜ ਸ਼ੀਟ ਦਾਖਲ ਹੋ ਗਈ ਆ। ਤਕਰੀਬਨ ਹਰੇਕ ਸੂਬੇ ਦੇ ਵਿੱਚ ਕੋਈ ਨਾ ਕੋਈ ਭ੍ਰਿਸ਼ਟ ਤੰਤਰ ਬੈਠਾ ਆ, ਕਿਸੇ ਨਾ ਕਿਸੇ ਢੰਗ ਦੇ ਨਾਲ ਕੰਮ ਕਰ ਰਿਹਾ। ਉਹ ਮੁੜ ਕੇ ਗੱਲ ਵੱਖਰੀ ਹੈ ਕਿ ਭਾਵੇਂ ਉਹਨੂੰ ਕੇਂਦਰ ਜਾਂ ਵਿਰੋਧੀ ਜਿਹੜੇ ਨੇ ਉਸ ਤਰੀਕੇ ਨਾਲ ਵਰਤਣ ਕਿ ਪੂਰੀ ਸਰਕਾਰ ਨੂੰ ਬਦਨਾਮ ਕਰਨ, ਪਰ ਵਿੱਚ ਜਿਹੜੇ ਬੈਠੇ ਨੇ ਉਹ ਤਾਂ ਸਰਕਾਰ ਦਾ ਚਿਹਰਾ ਮੋਹਰਾ ਬਣਾ ਹੀ ਦਿੰਦੇ ਨੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਸੁਖਵਿੰਦਰ ਜੀ। ਅਸਲ ਗੱਲ ਇਹ ਆ, ਜਿਹੜੀ ਅਫਸਰਸ਼ਾਹੀ ਸੀ ਨਾ ਜੀ, ਇਹ ਕਾਨੂੰਨ ਦੀ ਜਾਣਕਾਰੀ ਸੀ। IAS, IPS ਜਾਂ PCS ਜਿਹੜੇ ਸਿਆਸੀ ਬੰਦੇ ਨੇ, ਉਹਨਾਂ ਦੀਆਂ ਲੋੜਾਂ ਵੀ ਹੁੰਦੀਆਂ ਨੇ, ਮਜਬੂਰੀਆਂ ਵੀ ਹੁੰਦੀਆਂ ਨੇ, ਕਈ ਵਾਰ ਸਮਝ ਦੀ ਘਾਟ ਵੀ ਹੁੰਦੀ ਆ। ਉਹ ਕਾਨੂੰਨ ਦੇ ਅਨੁਸਾਰ ਫਾਈਲਾਂ ਤੇ ਨੋਟ ਦਿੰਦੇ ਨੇ। ਅੱਜ ਤੁਸੀਂ ਦੇਖ ਲਓ, ਕਿਤੇ ਗਏ ਵਾ, ਪਹਿਲਾਂ ਚਰਚਾ ਹੁੰਦਾ ਸੀ
ਵੀ ਮੰਤਰੀ ਨੇ ਆਹ ਫਾਈਲ ਭੇਜੀ ਤੇ ਅਫਸਰ ਨੇ ਆ ਨੋਟਿੰਗ ਦੇਤੀ ਤੇ ਮਾਮਲਾ ਮੁੱਖ ਮੰਤਰੀ ਕੋਲੇ ਆ ਗਿਆ ਵੀ ਵਿਚਾਰੀ ਇਹਨੂੰ ਕਰੀਏ ਕੀ ਕਰੀਏ। ਹੁਣ ਤਾਂ ਤਿੰਨੇ ਮੀਟਿੰਗ ਕਰਦੇ ਨੇ ਪਹਿਲਾਂ ਆ ਸਿਆਸਤਦਾਨ, ਅਫਸਰਸ਼ਾਹ ਤੇ ਮਾਇਆਧਾਰੀ ਵੀ ਆਪਾਂ ਪ੍ਰੋਜੈਕਟ ਲਾਉਣਾ, ਉਹ ਤੈਅ ਕਰਦੇ ਨੇ। ਫਿਰ ਤੈਅ ਕਰਦੇ ਨੇ ਵੀ ਆਪਾਂ ਕਰਨਾ ਕੀ ਆ। ਜੇ ਕਿਤੋਂ ਵੱਡੀ ਸੜਕ ਕੱਢਣੀ ਆ ਉਹ ਪਹਿਲਾਂ ਦੱਸ ਦਿੱਤਾ ਜਾਂਦਾ ਬਾਈਪਾਸ ਇੱਥੋਂ ਦੀ ਨਿਕਲੂ, ਆਹ ਸੜਕ ਚੌੜੀ ਹੋਣੀ ਆ, ਜ਼ਮੀਨਾਂ ਖਰੀਦ ਲਓ, ਆਹ ਕਰ ਲਓ। ਕਿੱਡੇ ਘਪਲੇ ਨਿਕਲ ਰਹੇ ਨੇ ਰੋਡ ਦੀ ਅਕਵਾਇਰ ਕਰਨ ਤੇ। ਇਸ ਕਰਕੇ ਬਿਲਕੁਲ ਤੁਹਾਡੀ ਗੱਲ ਠੀਕ ਆ, ਪ੍ਰਸ਼ਾਸਨ ਨੂੰ ਦਰੁਸਤ ਕਰਨਾ ਪੈਣਾ। ਮੈਂ ਤਾਂ ਕਹਿੰਦਾ ਆਮ ਆਦਮੀ ਪਾਰਟੀ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਚੋਂ ਪੈਦਾ ਹੋਈ ਆ, ਇਹਨੇ ਦੋ ਟੂਲ ਉਹਦੇ ਸਾਹਮਣੇ ਲਿਆਂਦੇ ਸੀ। ਨੰਬਰ 1 ਤਾਂ ਲੋਕਪਾਲ ਬਣਾਉਣਾ, ਉਹਦੀਆਂ ਸ਼ਕਤੀਆਂ ਆ ਹੋਣਗੀਆਂ, ਉਹਦੇ ਨਿਯਮਾਂ ਹੋਣਗੇ, ਆ ਉਹਦੇ ਘੇਰੇ ਚ ਆਉਣਗੇ। ਨੰਬਰ 2 ਫੰਡਾਂ 'ਚ ਪਾਰਦਰਸ਼ਤਾ ਹੋਣੀ ਆ। ਪ੍ਰਾਈਵੇਟ ਕੰਪਨੀਆਂ ਫੰਡ ਦਿੰਦੀਆਂ ਨੇ, ਮੁੜ ਕੇ ਨੀਤੀ ਦਾ ਨੱਕ ਮੋੜ ਲੈਂਦੀਆਂ ਨੇ ਤੇ ਅਰਬਾਂ ਦਾ ਫਾਇਦਾ ਹੋ ਜਾਂਦਾ। ਇਹ ਦੋਹੇ ਟੂਲ ਇਹਨਾਂ ਨੇ ਛੱਡਤੇ। ਦਿੱਲੀ ਤਾਂ ਇਹ ਕਹਿੰਦੇ ਸੀ ਸਾਡੇ ਕੋਲੇ ਪੂਰੀ ਸਰਕਾਰ ਨਹੀਂ, ਪਰ ਦਿੱਲੀ ਦਾ ਮਾਡਲ ਆ ਉਹ ਕਹਿੰਦੇ ਅਮਰੀਕਾ ਭਾਲਦਾ ਫਿਰਦਾ ਵੀ ਦਿੱਲੀ ਦਾ ਮਾਡਲ ਸਾਨੂੰ ਦਿਖਾਓ ਜਿਹੜੀ ਪੂਰੀ ਸਰਕਾਰ ਹੈ ਨਹੀਂ। ਪੰਜਾਬ 'ਚ ਤਾਂ ਸਭ ਕੁਝ ਜਾਣੇ ਨਾ ਕੋਲੇ, ਬੜਾ ਜ਼ੋਰ ਲਾਈ ਜਾਂਦੇ ਨੇ ਭਗਵੰਤ ਮਾਨ ਕੱਟੜ ਇਮਾਨਦਾਰ ਆ ਜੀ, ਨੀਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਸ਼ੱਕੀ ਤਾਂ ਪੰਜਾਬ 'ਚ ਹੈ ਹੀ ਭਗਵੰਤ ਮਾਨ। ਦੱਸੋ 2017 ਦੇ ਚੋਣ ਫੰਡ ਕਿੱਥੇ ਗਏ? ਕੋਈ ਹੈ ਉਹਦਾ ਹਿਸਾਬ ਕਿਤਾਬ? ਕਿੰਨੇ ਬੰਦੇ ਨੇ ਜਿਹੜੇ ਸਿਆਸੀ ਤੌਰ ਤੇ ਨੇ ਕਤਲ ਕਰਵਾਏ ਨੇ? ਹੁਣ ਕਿਸੇ ਤਰ੍ਹਾਂ ਦੀ ਵੀ ਨੀਤੀ ਦਾ ਕੋਈ ਫੈਸਲਾ ਲੈ ਰਿਹਾ? ਇੱਕ ਮੁੱਦਾ ਬਣਾਤਾ ਰਾਘਵ ਚੱਡੇ ਦਾ ਤੇ ਭਗਵੰਤ ਮਾਨ 'ਚ ਤਕਰਾਰ ਪੈਦਾ ਹੋ ਗਿਆ। ਰਾਘਵ ਚੱਡਾ ਉਹ ਇੱਥੇ ਬਾਗੜ ਬਿੱਲਾ ਬਣਾ ਕੇ ਬਿਠਾਇਆ ਹੋਇਆ ਮਲਾਈਆਂ ਛਕਣ ਲਈ। ਉਹਦੀ ਹਸਤੀ ਕੀ ਆ ਪੰਜਾਬ 'ਚ? ਸੰਵਿਧਾਨਕ ਹਸਤੀ ਕੋਈ ਨਹੀਂ। ਗਿਆਨ ਤਬਾਦਲੇ ਤੋਂ ਗੱਲ ਸ਼ੁਰੂ ਕੀਤੀ ਤੇ ਤੁਹਾਡੇ ਕੋਲੇ ਵੀ ਬਹੁਤ ਸਮਝਦਾਰ ਸਿਆਣੇ ਬੰਦੇ ਹੁੰਦੇ ਸੀ, ਕੋਈ ਗੱਲ ਨਹੀਂ ਹੁੰਦੀ ਜੀ, ਗਿਆਨ ਤਾਂ ਲਈ ਲੈਣਾ ਚਾਹੀਦਾ ਜੀ ਜਿੱਥੋਂ ਮਿਲੇ ਜੀ, ਇਹ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ ਜੀ। ਸਾਨੂੰ ਪਤਾ ਸੀ ਨੇ ਜਾਣਾ ਕਿੱਧਰ ਨੂੰ ਆ। ਗਿਆਨ ਤਬਾਦਲੇ ਤੋਂ ਸਲਾਹਕਾਰ ਕਮੇਟੀ ਤੇ ਚੇਅਰਮੈਨ ਬਣ ਗਿਆ ਤੇ ਤੁਸੀਂ ਬਰਾਬਰ ਇੱਕ ਸੱਤਾ ਦਾ ਕੇਂਦਰ ਉਸਾਰ ਲਿਆ, ਫਿਰ ਉਹਨੂੰ ਮਾਨਤਾ ਦੇਤੀ। ਉਹ ਦਿੱਲੀ ਬੈਠੇ ਬਾਂਦਰ ਨੇ ਦੋਹੇ ਬਿੱਲੀਆਂ ਬੁਲਾ ਲੀਆਂ। ਦੂਜੀ ਦਿੱਲੀ ਦੀ ਹੈਸੀਅਤ ਕੀ ਆ ਮੁੱਖ ਮੰਤਰੀ ਦੇ ਬਰਾਬਰ ਬੁਲਾਉਣ ਦੀ? ਸੱਤਾ ਦੀ ਵੰਡ ਵਡਾਰੇ ਕਰਨ ਲਈ। ਸੋ ਇਸ ਕਰਕੇ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਚੱਲਣਾ ਚਾਹੀਦਾ। ਜਦੋਂ ਤੱਕ ਤੁਸੀਂ ਅਫਸਰਸ਼ਾਹੀ ਨੂੰ ਇਹਦੇ ਵਿੱਚ ਨਹੀਂ ਬਲੇਟਦੇ। ਫਾਈਲਾਂ ਤੇ 10 ਅਫਸਰਾਂ ਦੇ ਹੋਏ ਨੇ। ਅਫਸਰਾਂ ਦੀ ਚਾਲ ਆ ਸਿਆਸੀ ਲੀਡਰਾਂ ਨੂੰ ਬਦਨਾਮ ਕਰੀ ਜਾਓ। ਸਿਆਸੀ ਲੀਡਰ ਕਾਣੇ ਨੇ, ਮੁੜ ਕੇ ਉਹਨਾਂ ਨੇ ਸੁੱਟਣਾ ਵੀ ਇਹਨਾਂ ਅਫਸਰਾਂ ਰਾਹੀਂ ਹੁੰਦਾ, ਜਾਂਚ ਰਾਹੀਂ, ਉਹ ਚੁੱਪ ਕਰ ਲੈਂਦੇ ਨੇ। ਸੋ ਸਿਆਸਤਦਾਨ, ਮਾਇਆਧਾਰੀ ਤੇ ਅਫਸਰਸ਼ਾਹ, ਇਹਨਾਂ ਦੇ ਗੱਠਜੋੜ ਨੂੰ ਤੋੜਨਾ ਜ਼ਰੂਰੀ ਹੈ। ਤੁਸੀਂ ਇੱਕ ਗੱਲ ਕਰ ਲਓ, ਇੱਕ ਕਮਿਸ਼ਨ ਬਣਾ ਦਿਓ। ਜਿੰਨੇ ਐਮਐਲਏ ਨੇ, ਜਿੰਨੇ ਮੰਤਰੀ ਰਹੇ ਨੇ, ਆਈਏਐਸ ਨੇ, ਆਈਪੀਐਸ ਨੇ, ਤੁਸੀਂ ਇਹਨਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਾ ਲਓ। ਦੇਖੋ ਫਿਰ ਐਂ ਨਿਕਲਣਗੇ ਜਿਵੇਂ ਸੋਨੇ ਦੇ ਬਿਸਕੁਟ ਨਿਕਲੇ ਨੇ ਨਾ ਪੋਪਲੀ ਕੋਲੋਂ, ਠਣ ਠਣ ਕਰਦੇ। ਇਹ ਸਾਰਿਆਂ ਦੀ ਇਸੇ ਤਰ੍ਹਾਂ ਨਿਕਲਣਗੇ। ਨੀਤੀ ਬਦਲਣ ਨਾਲ ਫਾਇਦਾ ਕਿਵੇਂ ਹੁੰਦਾ ਮੈਂ ਤੁਹਾਨੂੰ ਦੱਸਦਾ। ਜਿਹੜੇ ਆ ਵੱਡੇ ਮੈਗਾ ਪ੍ਰੋਜੈਕਟ ਨੇ, ਇਹਨਾਂ ਨੇ ਰੈਟਾਂ ਲੈ ਲਈਆਂ ਬਹੁਤ ਵੱਡੀਆਂ ਵੀ ਅਸੀਂ ਆਹ ਫਾਇਦਾ ਕਰਾਂਗੇ ਲੋਕਾਂ ਨੂੰ। ਈਡੀਸੀ ਤੇ ਰਹਿਤ ਲੈ ਲਈ ਜੀ, ਨਾਲ ਕਹਿੰਦਾ 5% ਮਕਾਨ ਬਣਾ ਕੇ ਦੇਵਾਂਗੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ, ਬਿਨਾਂ ਲਾਭ ਤੋਂ, ਬਿਨਾਂ ਹਾਨੀ ਤੋਂ। ਇੱਕ ਵੀ ਗੱਲ ਸਿਰੇ ਨਹੀਂ ਲਾਈ। ਈਡੀਸੀ ਦੇ ਆਧਾਰ ਤੇ ਜਿਹੜੀਆਂ ਸੜਕਾਂ ਬਣਾਈਆਂ ਸੀ ਉਹ ਸਰਕਾਰ ਨੇ ਅਕਵਾਇਰ ਕਰ ਲਈਆਂ, ਕਰੋੜਾਂ ਰੁਪਏ ਮਿਲ ਗਏ। 5% ਨਹੀਂ ਬਣਾਏ, ਉਹ 2.5 ਕਰਾ ਲਏ, 2.5 ਵੀ ਨਹੀਂ ਦਿੱਤੇ। ਸੋ ਤੁਸੀਂ ਇਹੋ ਜਿਹੇ ਫੈਸਲੇ ਕਰਾ ਕੇ ਰਾਤੋਂ ਰਾਤ ਤੁਸੀਂ ਕਰੋੜਪਤੀ ਤੋਂ ਅਰਬਪਤੀ ਬਣ ਜਾਂਦੇ ਹੋ। ਸੋ ਉਹ ਇਹ ਜਦੋਂ ਤੱਕ ਤੁਸੀਂ ਇਹ ਜਿਹੜਾ ਕਾਨੂੰਨ ਦੀ ਪ੍ਰੋਟੈਕਸ਼ਨ ਆ ਨਾ ਜੀ, ਇਹਨਾਂ ਨੂੰ ਦਿੱਤੀ ਹੋਈ ਆ। ਤੁਸੀਂ ਆਲਫਾ ਸਿਟੀ ਵਾਲਾ ਬੜਾ ਰੌਲਾ ਪਾ ਰਿਹਾ ਢਾਲੀਵਾਲ ਸਾਹਿਬ ਵੀ ਫਾਈਲ ਭੇਜਤੀ ਜੀ, ਤ੍ਰਿਪਤ ਬਾਜਵਾ ਜੀ, ਫਲਾਨਾ ਜੀ। ਪਹਿਲੀ ਗੱਲ ਤਾਂ ਜਾਂਚ ਰਿਪੋਰਟ ਆ ਜਿਹੜੀ ਉਹ ਨਹੀਂ ਫੂਕ ਕੱਢਦੀ ਸਾਰੇ ਕਾਸੇ ਦੀ ਵੀ ਕੋਈ ਕਪੜਾ ਕੁਪੜਾ ਤਾਂ ਹੈ ਨਹੀਂ। 16 ਲੱਖ ਦਾ ਨੁਕਸਾਨ ਆ, ਤਕਨੀਕੀ ਗਲਤੀਆਂ ਤੇ ਸਾਰਾ ਮੀਡੀਆ ਚਲਾ ਰਿਹਾ। ਨਵਾਂ ਮੰਤਰੀ ਰਡਾਰ ਤੇ, ਇਹ ਤਾਂ ਚੂਹਾ ਵੀ ਨਹੀਂ ਨਿਕਲਣਾ। ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਅੱਜ ਕਹਿਣਾ, ਇਹ ਸਾਨ ਪਰਚਾਵੇ ਦੀ ਖੇਡ ਖੇਡੀ ਜਾ ਰਹੀ ਹੈ ਜੀ ਸੁਖਵਿੰਦਰ ਜੀ। ਇਹ ਗੱਲ ਤੁਹਾਡੀ ਸਹੀ ਹੈ ਕਿ ਉਹ ਤਾਂ ਕਰੋੜਾਂ ਚ ਕਹਿੰਦੇ ਸੀਗੇ ਤੇ ਮੀਡੀਆ ਨੇ ਆਪ ਹੀ ਰਿਪੋਰਟਾਂ ਫਿਰ ਨਸ਼ਰ ਕੀਤੀਆਂ ਤੇ ਹੁਣ 16 ਲੱਖ ਦੀ ਜਦੋਂ ਗੱਲ ਆਉਂਦੀ ਹੈ ਤੇ ਫਿਰ ਕਿਤੇ ਨਾ ਕਿਤੇ ਸਵਾਲ ਉੱਠਦੇ ਨੇ। ਜਿਹੜੀ ਤੁਸੀਂ ਗੱਲ ਮਾਲਿਕ ਸਾਹਿਬ ਅਫਸਰਸ਼ਾਹੀ ਦੀ ਕੀਤੀ ਹੈ ਨਾ, ਇਹ ਬੜਾ ਅਹਿਮ ਪੱਖ ਹੈ ਕਿ ਅਫਸਰਸ਼ਾਹੀ
ਜਿਹੜੀ ਆ ਉਹ ਕਿਤੇ ਨਾ ਕਿਤੇ ਸਿਆਸਤਦਾਨਾਂ ਦੀ ਉਸ ਕਮਜ਼ੋਰੀ ਦਾ ਫਾਇਦਾ ਚੁੱਕਦੀ ਹੈ ਤੇ ਉਹ ਆਪਣੇ ਕੰਮ ਨਿਬੇੜ ਲੈਂਦੀ ਹੈ, ਕਿਉਂਕਿ ਕੱਚੀ ਪੱਕੀ ਸਰਕਾਰ ਦੀ ਜਿਵੇਂ ਗੱਲ ਪਹਿਲਾਂ ਵੀ ਤੁਰਦੀ ਰਹਿੰਦੀ ਆ। ਤੇ ਜਦੋਂ ਹੁਣ ਲੋਕਪਾਲ ਹਰਕਤ ਦੇ ਵਿੱਚ ਆਉਂਦਾ ਹੈ ਪੰਜਾਬ ਦਾ, ਤਾਂ ਉੱਥੇ ਵੀ ਬੜੇ ਸਵਾਲ ਖੜੇ ਹੁੰਦੇ ਨੇ। ਉਹ ਕਹਿੰਦੇ ਨੇ ਕਿ ਫਲੈਕਸ ਲਾ ਦਿਓ, ਹਰ ਥਾਂ ਦੇ ਉੱਤੇ ਇਸ਼ਤਿਹਾਰ ਲਾ ਦਿਓ, ਲੋਕਾਂ ਨੂੰ ਜਾਗਰੂਕ ਕਰੋ, ਲੋਕਾਂ ਨੂੰ ਪਤਾ ਲੱਗੇ। ਬਜਾਏ ਇਸਦੇ ਲੋਕਾਂ ਨੂੰ ਤੁਸੀਂ ਅਫਸਰਸ਼ਾਹੀ ਨੂੰ ਕਿਉਂ ਨਹੀਂ ਜਾਗਰੂਕ ਕਰਦੇ? ਕਿਉਂਕਿ ਇਹ ਵੀ ਹੈ ਨਾ ਕਿ ਜੇ ਲੋਕਾਂ ਨੂੰ ਇਹ ਲੋਕਾਂ ਦੇ ਮਨਾਂ 'ਚ ਪੱਕਾ ਆ ਕਿ ਜੇ ਤੁਸੀਂ ਰਿਸ਼ਵਤ ਨਾ ਦਿੱਤੀ, ਜੇ ਤੁਸੀਂ 2 ਪੈਸੇ ਨਾ ਉਹਨਾਂ ਦੇ ਹੱਥ ਗਰਮ ਕੀਤੇ, ਤੇ ਤੁਹਾਡਾ ਕੰਮ ਲਟਕ ਜਾਣਾ, ਤੁਹਾਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਣਾ। ਇਸ ਕਰਕੇ ਲੋਕ ਕਹਿੰਦੇ ਨੇ ਕਿ ਦੇ ਦਿਓ ਭਾਈ, ਜਿੰਨਾ ਮੰਗਦੇ ਨੇ, ਕੋਈ 1000 2000 5000, ਜਿਹੋ ਜਿਹਾ ਕੰਮ ਹੈ ਉਹੋ ਜਿਹਾ ਪੈਸਾ। ਬਿਲਕੁਲ ਤੁਹਾਡੀ ਗੱਲ ਠੀਕ ਆ ਜੀ। ਮੈਂ ਤਾਂ ਕਈ ਵਾਰ ਵੱਡੇ ਵਿਦਵਾਨਾਂ ਨੂੰ ਸੁਣਦਾ, ਉਹ ਕਹਿੰਦੇ ਨੇ ਪੰਜਾਬ ਦੀ ਅਫਸਰਸ਼ਾਹੀ ਵੀ ਬੜੀ ਦੁਵਿਧਾ ਦਾ। ਦੱਸੋ ਜੀ, ਅਸੀਂ ਕੀ ਤੋਂ ਹੁਕਮ ਲਈਏ? ਅਸੀਂ ਦਿੱਲੀ ਤੋਂ ਹੁਕਮ ਲਈਏ, ਅਸੀਂ ਰਾਘਵ ਚੱਡੇ ਤੋਂ ਹੁਕਮ ਲਈਏ, ਕਿ ਅਸੀਂ ਭਗਵੰਤ ਮਾਨ ਤੋਂ ਹੁਕਮ ਲਈਏ? ਇਹ ਲੁੱਚਪਣਾ ਅਫਸਰਸ਼ਾਹੀ ਦਾ। ਅਫਸਰਸ਼ਾਹੀ ਨੂੰ ਬਿਲਕੁਲ ਪਤਾ ਵੀ ਕਿਹੜਾ ਸਹੀ ਰਾਹ, ਕਿਹੜਾ ਗਲਤ ਰਾਹ। ਉਹ ਜਾਣ ਕੇ ਮਾਰਦੀ ਇਹ ਗੱਲ। ਅਫਸਰਸ਼ਾਹੀ ਕਹੇ ਚੱਡਾ ਕੌਣ ਹੁੰਦਾ? ਮੇਰੀ ਫਾਈਲ ਉਹਦੇ ਕੋਲੇ ਨਹੀਂ ਜਾਊ, ਕੀ ਫਾਂਸੀ ਲਾ ਦੇਣਗੇ ਉਹਨੂੰ? ਤੁਸੀਂ ਸ਼ਾਮ ਨੂੰ ਦੇਖੋ, ਅਫਸਰਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਚੱਡੇ ਦੀ ਕੋਠੀ ਤੇ, ਭਗਵੰਤ ਮਾਨ ਮੁਟਕੀ ਮਾਰ ਕੇ ਸੁੱਤਾ ਪਿਆ ਹੁੰਦਾ, ਉੱਥੇ ਗੱਡੀ ਨਹੀਂ ਇੱਕ ਖੜੀ ਹੁੰਦੀ। ਤੁਸੀਂ ਇੱਕ ਆਪੇ ਫਾਥੜੀਏ, ਤੈਨੂੰ ਕੌਣ ਛਡਾਵੇ? ਆਪ ਇੱਕ ਸੱਤਾ ਦਾ ਕੇਂਦਰ ਖੜਾ ਕਰ ਲਿਆ, ਗੈਰ ਕਾਨੂੰਨੀ ਉਹਨੂੰ ਜਾਮਾ ਹਾਲੇ ਪਹਿਨਾਇਆ ਨਹੀਂ, ਨੋਟੀਫਿਕੇਸ਼ਨ ਰੁਕਿਆ ਹੋਇਆ ਸਲਾਹਕਾਰ ਦਾ। ਉਦੋਂ ਪਹਿਲੀ 2 ਧਿਰਾਂ ਬਣਾ ਲੀਆਂ, 2 ਧਿਰਾਂ ਦੇ ਵਿੱਚ ਕਹਿੰਦੇ ਹੁਣ ਆਰ ਜਾਂ ਪਾਰ ਦੀ ਲੜਾਈ ਹੋਣ ਲੱਗੀ ਆ। ਇਹ ਕੀ ਖੇਡਾਂ ਨੇ? ਇਹ ਕਿਹਨਾਂ ਨੂੰ ਮੂਰਖ ਬਣਾ ਰਹੇ ਨੇ ਸਾਰੇ ਅਫਸਰ ਤੇ ਸਿਆਸਤਦਾਨ ਮਿਲ ਕੇ? ਸੋ ਇਸ ਕਰਕੇ ਪੱਤਰਕਾਰ ਨੇ ਜਿਹੜੇ, ਖੋਜੀ ਪੱਤਰਕਾਰ ਤਾਂ ਮਤਲਬ ਡੁੱਬ ਗਈ ਹੇਠਾਂ, ਪਤਾਲ 'ਚ ਪਹੁੰਚ ਗਈ, ਧੂਤੂ ਬਣ ਗਏ ਸਾਰੇ ਪੱਤਰਕਾਰ। ਜਿਵੇਂ ਸਰਕਾਰ ਕਹਿ ਦਿੰਦੀ ਉਹੀ ਛਾਪੀ ਜਾਂਦੇ ਨੇ। ਇਹਨਾਂ ਨੂੰ ਨਹੀਂ ਪਤਾ ਸਵਾਲ ਕੀ ਬਣਦੇ ਨੇ, ਕਿਹੜੀ ਗੱਲ ਤੇ ਕੀ ਸਵਾਲ ਬਣਦੇ ਨੇ। ਜਿਹੜਾ ਜੋ ਮਰਜ਼ੀ ਬੋਲੀ ਜਾਏ ਉਹੀ ਉਹ ਕਿਉਂਕਿ ਖਬਰ ਨਹੀਂ ਦਿੰਦੇ, ਖਬਰ ਦੇ ਨਾਲ ਇਸ਼ਤਿਹਾਰ ਟੰਗਦੇ ਨੇ, ਤੇ ਇਸ਼ਤਿਹਾਰ ਜਦੋਂ ਟੰਗਿਆ ਹੁੰਦਾ ਫਿਰ ਮੀਡੀਆ ਦੀ ਖਬਰ ਨਹੀਂ ਬੋਲਦੀ, ਫਿਰ IT ਸੈੱਲ ਦੀ ਖਬਰ ਬੋਲਦੀ ਹੈ ਸਾਰੇ ਪਾਸੇ। ਇਸ ਕਰਕੇ ਇਸ ਹਮਾਮ 'ਚ ਸੁਖਵਿੰਦਰ ਜੀ ਸਾਰੀ ਨੰਗੇ ਨੇ। ਅਸੀਂ ਵੀ ਲੜ ਰਹੇ ਹਾਂ। ਸਾਨੂੰ ਕਿਹੜਾ ਸਾਰੀ ਗੱਲ ਦਾ ਪੂਰਾ ਭੇਤ ਆ? ਜਿੰਨਾ ਕਿ ਸਾਨੂੰ ਸੱਚ ਲੱਗਦਾ ਅਸੀਂ ਬੋਲਦੇ ਆ। ਬਹੁਤ ਕੰਗਾਲੀ ਦੇ ਇਦੋਂ ਵੱਡੇ ਸੰਕੇਤ ਕੀ ਹੋਣਗੇ? ਅੱਛਾ, ਜੇ ਕਿਸੇ ਨੂੰ ਪੁੱਛ ਲਓ ਵੀ ਆਹ ਗੱਲ ਪਤਾ ਜੀ, ਸਭ ਪਤਾ ਲੋਕਾਂ ਨੂੰ, ਸਭ ਪਤਾ ਜੀ, ਸਭ ਲੋਕ ਜਾਣਦੇ ਨੇ ਜੀ, ਲੋਕ ਬੜੇ ਸਿਆਣੇ ਨੇ ਜੀ, ਗੱਲੇ ਨਹੀਂ ਕਰਨ ਦਿੰਦੇ। ਜਿਹੜੀ ਗੱਲ ਦਾ ਜਿਹਨੂੰ ਸਭ ਤੋਂ ਘੱਟ ਪਤਾ ਉਹੀ ਉੱਚੀ ਰੌਲਾ ਪਾਉਂਦਾ, ਮੈਨੂੰ ਸਭ ਪਤਾ ਜੀ, ਹੱਲ ਵੀ ਪਤਾ ਜੀ ਲੋਕਾਂ ਨੂੰ। ਜੇ ਕਰਨਾ ਚਾਹੇ ਜੀ ਕੋਈ ਵੀ ਕੁਝ ਕਰ ਸਕਦਾ। ਇੱਕ ਇਹੋ ਜਿਹਾ ਮਾਹੌਲ ਸਿਰਜਤਾ, ਅੰਨੀ ਪੀਹੀ ਜਾਂਦੀ ਆ ਤੇ ਕੁੱਤੇ ਚੱਟੀ ਜਾਂਦੇ ਨੇ। ਹਾਲਤ ਇਹ ਬਣ ਗਿਆ ਜੀ ਸੁਖਵਿੰਦਰ। ਇੱਕ ਗੱਲ ਜਿਹੜੀ ਮਾਲੀ ਸਾਹਿਬ, ਤੁਸੀਂ ਵੀ ਸਕੂਲ ਸਿੱਖਿਆ ਦੇ ਨਾਲ ਜੁੜੇ ਰਹੇ ਹੋ, ਸਕੂਲ ਪ੍ਰਬੰਧਾਂ ਨਾਲ, ਜਿਵੇਂ ਹੁਣ ਇਹਨਾਂ ਨੇ ਦਿੱਲੀ ਨੂੰ ਆਪਣੇ ਵੱਲੋਂ ਇੱਧਰੋਂ ਤੋਰੇ ਜਾ ਕੇ ਅਧਿਆਪਕ ਤੇ ਪ੍ਰਿੰਸੀਪਲ ਉੱਥੇ ਦੇਖ ਆਏ ਸਕੂਲ। ਕਈ ਹੁਣ ਜਿਹੜੇ ਨੇ ਉਹ ਇਹ ਤਰਕ ਦਿੰਦੇ ਨੇ ਕਿ ਜੀ ਕੀ ਹੋਇਆ ਜੇ ਅਮਰੀਕਾ ਤੋਂ ਜਾਂ ਬਾਹਰਲੇ ਵਿਦੇਸ਼ਾਂ ਤੋਂ ਆ ਕੇ ਦਿੱਲੀ ਦੇ ਮਾਡਲ ਨੂੰ ਦੇਖਦੇ ਨੇ ਤੇ ਉਹਨਾਂ ਦੇ ਮਾਡਲ ਚੰਗੇ ਨੇ, ਇਹ ਨਾ ਕਹੋ, ਪਰ ਉਹ ਕੁਝ ਸਿੱਖਣਾ ਚਾਹੁੰਦੇ ਨੇ। ਸਾਡੇ ਵਾਲੇ ਵੀ ਸਿੱਖਣ ਗਏ ਸੀ। ਫਿਰ ਸਰਕਾਰ ਇਹਦੇ ਬਾਰੇ ਇਸ਼ਤਿਹਾਰਬਾਜ਼ੀ ਜਾਂ ਇਹਦੇ ਬਾਰੇ ਪ੍ਰਚਾਰ ਕਿਉਂ ਨਹੀਂ ਸਾਫ਼ ਤੌਰ ਤੇ ਉੱਤੇ ਸਾਹਮਣੇ ਆ ਕੇ ਕਰਦੀ ਕਿ ਪੰਜਾਬ ਦੇ ਵਿੱਚ ਸਿੱਖਿਆ ਦਾ ਮਿਆਰ ਬਿਲਕੁਲ ਖਤਮ ਹੋ ਚੁੱਕਿਆ ਤੇ ਉਹਨੂੰ ਉੱਤੇ ਚੁੱਕਣ ਦੇ ਲਈ ਦਿੱਲੀ ਤੋਂ ਇਲਾਵਾ ਹੋਰ ਵੀ ਬੜੇ ਇਹੋ ਜਿਹੇ ਪ੍ਰਬੰਧ ਨੇ ਜਿਹੜੇ ਕਰਨ ਵਾਲੇ ਨੇ, ਬਜਾਏ ਇਸਦੇ ਕਿ ਦਿੱਲੀ ਵਾਲੇ ਮਾਡਲ ਨੂੰ ਤੁਸੀਂ ਪੰਜਾਬ 'ਚ ਪ੍ਰਚਾਰੀ ਜਾਓ। ਪਹਿਲੀ ਗੱਲ ਤਾਂ ਇਹ ਹੈ ਜੀ, ਜੇ ਤੁਸੀਂ ਸਕੂਲ ਸਿੱਖਿਆ ਸੁਧਾਰਨੀ ਆ, ਪਹਿਲੀ ਗੱਲ ਹੈ ਅਧਿਆਪਕ ਖੁਦ ਅਧਿਆਪਕ ਬਣੇ। ਦੂਜੀ ਗੱਲ, ਸਿੱਖਿਆ ਮੰਤਰੀ ਆ ਜਿਹੜੇ ਉਹ ਸਿੱਖਿਆ ਸ਼ਾਸਤਰੀਆਂ ਨੂੰ ਮਿਲਣ, ਉਹ ਸਿੱਖਿਆ ਦੇ ਦਲਾਲਾਂ ਨੂੰ ਨਾ ਮਿਲਣ। ਕਿਤਾਬਾਂ ਕਿਵੇਂ ਛਾਪਣੀਆਂ ਨੇ, ਆਹ ਕਿਵੇਂ ਹੋਣਾ, ਆਹ ਕਿਵੇਂ ਹੋਣਾ। ਇਹਨਾਂ ਨੇ ਮਿਥ ਲਿਆ ਕਿ ਮਾੜੇ ਹਾਲ ਦੇ ਵਿੱਚੋਂ ਵੀ ਜੇ ਪੰਜਾਬ 1 ਨੰਬਰ ਤੇ ਆਉਂਦਾ ਅਸੀਂ ਆਉਣ ਨਹੀਂ ਦੇਣਾ। 5-4 ਮਹੀਨੇ ਹੋ ਗਏ ਸਕੂਲ ਕਿਤਾਬਾਂ ਨੂੰ ਤਰਸ ਰਹੇ ਨੇ ਸਰਕਾਰੀ, ਹਾਲੇ ਤੱਕ ਕਿਤਾਬਾਂ ਨਹੀਂ ਪਹੁੰਚੀਆਂ। ਤੁਸੀਂ ਦੇਖੋ, ਇੱਕ ਵੱਡੇ ਅਖਬਾਰ 'ਚ ਬਠਿੰਡੇ ਦੀ ਰਿਪੋਰਟ ਲੱਗੀ ਹੋਈ ਆ। ਸੋ ਪ੍ਰਬੰਧ ਚਲਾਉਣ ਵਾਲੇ ਪਾਸੇ ਦਾ ਤੁਹਾਡਾ ਕਿਸੇ ਦਾ ਧਿਆਨ ਹੀ ਨਹੀਂ। ਸਕੂਲ ਸਿੱਖਿਆ ਸੁਧਾਰਨ ਲਈ ਬਹੁਤ ਕੁਝ ਕੀਤਾ ਜਾ ਸਕਦਾ, ਇਹ ਨਹੀਂ ਵੀ ਕੀਤਾ ਨਹੀਂ ਜਾ ਸਕਦਾ। ਕ੍ਰਿਸ਼ਨ ਕੁਮਾਰ ਆ, ਉਹਦੇ ਸੁਭਾਅ ਦੇ, ਉਹਦੀ ਸਖਤੀ ਦੀਆਂ ਤੁਹਾਡੇ 100 ਇਤਰਾਜ਼ ਹੋਣਗੇ, ਪਰ ਉਹਨੇ ਕਿਹੜਾ ਲਾਈਨ ਅਪ ਕਰ ਲਿਆ ਸੀ ਸਾਰਾ ਸਿਸਟਮ। ਤੇ ਜਿਹੜੇ ਫਰਲਵਾਜ ਅਧਿਆਪਕ ਸੀ, ਮਤਲਬ ਉਹੀ ਰੌਲਾ ਪਾਉਂਦੇ ਸੀ, ਜੂਨੀਅਰ ਸੱਤ ਉੱਤੇ ਬਿਠਾਤੇ ਜੀ, ਫਲਾਨਾ ਕਰਤੇ ਜੀ। ਬਦਲ ਉਹਨਾਂ ਕੋਲੇ ਕੋਈ ਹੈ ਨਹੀਂ। ਸੋ ਇਸ ਕਰਕੇ ਜੋ ਤੁਹਾਡੇ ਉਹ ਕਹਿੰਦੇ ਆ ਨਾ ਵੀ ਹੱਥਾਂ 'ਚ ਜਿਹੜੀਆਂ ਫੜੀਆਂ ਹੋਈਆਂ ਨੇ ਉਹਨਾਂ ਨੂੰ ਛੱਡ ਕੇ ਉੜਦੀਆਂ ਨੂੰ ਫੜੋਗੇ ਤਾਂ ਹੱਥਾਂ ਵਾਲੀਆਂ ਵੀ ਚਲੇ ਜਾਣਗੀਆਂ। ਇਹੀ ਸਿਹਤ ਵਿਭਾਗ 'ਚ ਹੋ ਰਿਹਾ, ਇਹੀ ਸਿੱਖਿਆ ਵਿਭਾਗ 'ਚ ਹੋ ਰਿਹਾ।
ਤੁਸੀਂ ਕਹੀ ਜਾਂਦੇ ਹੋ ਭਰਤੀ ਕਰਾਂਗੇ। ਡਾਕਟਰ ਪਿਆਰੇ ਲਾਲ ਗਰਗ ਜੀ ਬਹੁਤ ਅੰਕੜੇ ਦੱਸਦੇ ਨੇ, ਇੱਕ ਅਧਿਆਪਕ ਪਿੱਛੇ ਇੰਨੇ ਬੱਚੇ ਚਾਹੀਦੇ ਨੇ। ਬੱਚੇ ਤੁਹਾਡੇ ਐਤਕੀ ਸਰਕਾਰੀ ਸਕੂਲਾਂ 'ਚ 2 ਲੱਖ ਹੋਰ ਘਟ ਗਏ, ਤੁਸੀਂ ਕਹਿੰਦੇ ਹੋ ਅਸੀਂ ਅਧਿਆਪਕ ਹੋਰ ਭਰਤੀ ਕਰਾਂਗੇ। ਕਿਵੇਂ ਕਰੋਗੇ? ਮਤਲਬ ਕੋਈ ਲੌਜਿਕ ਤਾਂ ਹੋਵੇ ਨਾ ਜੀ। ਜੇ ਤੁਸੀਂ ਸਰਕਾਰੀ ਸਕੂਲਾਂ ਨੂੰ ਸੰਭਾਲਣ ਵੱਲ ਧਿਆਨ ਨਹੀਂ ਦਿਓਗੇ ਤਾਂ ਨਵੇਂ ਅਧਿਆਪਕਾਂ ਦੇ ਭਰਤੀ ਦੀਆਂ ਅਸਾਮੀਆਂ ਨਹੀਂ ਆਉਣੀਆਂ। ਅਸਾਮੀਆਂ ਆਉਣਗੀਆਂ, ਖਜ਼ਾਨਿਆਂ ਦੇ ਵਿੱਚੋਂ ਇਤਰਾਜ਼ ਲੱਗਣ ਲੱਗ ਜਾਣਗੇ। ਤੁਸੀਂ ਦੇਖੋ ਵੀ ਕੈਗ ਰਿਪੋਰਟ ਨੇ ਦਿੱਲੀ ਬਾਰੇ ਇਹ ਰਿਪੋਰਟ ਦਿੱਤੀ ਆ ਵੀ ਕਮਲਿਆਂ ਵਾਂਗੂ ਇਸ਼ਤਿਹਾਰਾਂ ਤੇ ਖਰਚ ਕੀਤਾ ਜਾ ਰਿਹਾ। ਇਹੀ ਚੇਤਾਵਨੀ ਉਹਨਾਂ ਨੇ ਪੰਜਾਬ ਨੂੰ ਦਿੱਤੀ ਹੈ ਇਸ਼ਤਿਹਾਰਬਾਜ਼ੀ ਦੇ ਮਾਮਲੇ 'ਚ। ਇਹ ਅਸਲ 'ਚ ਹੈ ਚੁਟਕਲੇਬਾਜ਼ਾਂ ਦੀ ਸਰਕਾਰ। ਇਹ ਹਵਾ 'ਚ ਪਤੰਗ ਉਡਾਉਂਦੀ ਆ, ਹੇਠੋਂ ਖੀਸਾ ਕੱਟ ਲੈਂਦੀ ਆ। ਇਸ ਕਰਕੇ ਇਹਨਾਂ ਨੇ ਪ੍ਰਚਾਰ ਤੇ ਜ਼ੋਰ ਦੇ ਰੱਖਿਆ। ਮੈਂ ਕਹਿੰਦਾ ਪੰਜਾਬ ਦੇ ਪੱਤਰਕਾਰੋ ਚੁੱਪ ਕਿਉਂ ਨੇ? ਸਾਰੇ ਦਿੱਲੀ ਦਾ ਆਈਟੀ ਸੈੱਲ ਭਰਤੀ ਕਰ ਲਿਆ ਪਨ ਮੀਡੀਆ ਦੇ ਵਿੱਚ, ਲਿਆ ਕੇ ਉਹਨਾਂ ਦੇ ਬੰਦੇ ਇੰਚਾਰਜ ਲਾਤੇ। ਪਹਿਲਾਂ ਇਹਨਾਂ ਨੇ ਪੰਜਾਬ ਨੂੰ ਇਹ ਸਾਬਤ ਕੀਤਾ ਤੁਸੀਂ ਸਿਆਸੀ ਤੌਰ ਤੇ ਬੇਵਕੂਫ ਹੋ, ਤੁਹਾਨੂੰ ਅਕਲ ਨਹੀਂ ਹੈ। ਦਿੱਲੀ ਵਾਲੇ ਲਿਆ ਕੇ ਧਾੜਵੀਆਂ ਵਾਂਗੂ ਬਿਠਾਏ, ਭਗਵੰਤ ਮਾਨ ਨੂੰ ਮੂਹਰੇ ਲਾਇਆ, ਮੁੜ ਕੇ ਫੇਰ ਦਿੱਲੀ ਵਾਲੇ ਬਿਠਾਤੇ। ਇਹ ਇਹਨਾਂ ਨੇ ਮੀਡੀਆ ਨੂੰ ਵੀ ਸਾਬਤ ਕਰਤਾ ਕਿ ਪੰਜਾਬ ਦੇ ਮੀਡੀਆ 'ਚ ਵੀ ਜਾਨ ਹੈ ਨਹੀਂ, ਇਹ ਵੀ ਬਕਾਊ ਆ। ਇਹ ਹੁਣ ਵਾਚ ਡੌਗ ਨਹੀਂ ਰਿਹਾ, ਇਹ ਪੈਟ ਡੌਗ ਬਣ ਗਿਆ। ਤੇ ਜਿੰਨੀ ਸ਼ਾਨਦਾਰ ਤਰੀਕੇ ਨਾਲ ਉਹ ਪੈਟ ਡੌਗ ਨੂੰ ਪਾਲ ਰਹੇ ਨੇ, ਪੈਸੇ ਰੋੜ ਰਹੇ ਨੇ, ਉਹ ਤੁਸੀਂ ਦੇਖੋ ਤੁਹਾਡੇ ਸਾਹਮਣੇ ਹੈ ਜੀ। ਜੀ ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ ਤੁਹਾਡਾ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਆਖਰੀ ਗੱਲ ਜਿਹੜੀ ਹੈ ਕਿ ਵਾਕਈ ਪੰਜਾਬ ਦੇ ਮੀਡੀਆ ਉੱਤੇ ਬਹੁਤ ਸਵਾਲ ਖੜੇ ਹੁੰਦੇ ਨੇ ਕਿ ਤੁਸੀਂ ਕਿਸੇ ਵੇਲੇ ਕੇਂਦਰ ਦੇ ਮੀਡੀਆ ਨੂੰ ਜਿਹੜਾ ਉਹਨਾਂ ਦੇ ਨਾਲ ਜੁੜਿਆ, ਉਹਨਾਂ ਦੇ ਚਰਚਾਵਾਂ ਕਰਦਾ, ਉਹਨਾਂ ਦੇ ਹੱਕ 'ਚ ਭੁਗਤਦਾ, ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਉਹ ਗੋਦੀ ਮੀਡੀਆ ਆ। ਮੈਂ ਇੱਕ ਹਾਸਰਸ ਕਵੀ ਨੂੰ ਸੁਣ ਰਿਹਾ ਸੀ, ਉਹ ਕਹਿੰਦੇ ਕਿ ਇੱਕ ਨੈਸ਼ਨਲ ਚੈਨਲ ਇਹੋ ਜਿਹਾ ਜਿਹਨੂੰ ਤੁਸੀਂ ਲਾ ਲਓ ਤਾਂ ਪਿਆਜ਼ ਜਿਹੜੇ ਨੇ ਉਹ 40 ਰੁਪਏ ਕਿਲੋ ਮਿਲਦੇ ਨੇ, ਤੇ ਇੱਕ ਨੈਸ਼ਨਲ ਚੈਨਲ ਇਹੋ ਜਿਹਾ ਜਿਹਨੂੰ ਇਮਾਨਦਾਰੀ ਦੇ ਤੌਰ ਤੇ ਉੱਤੇ ਜਾਣਿਆ ਜਾਂਦਾ, ਉੱਥੇ 100 ਰੁਪਏ ਕਿਲੋ ਵਿਕ ਜਾਂਦੇ ਨੇ। ਮਤਲਬ ਕਿ ਉੱਥੇ 100 ਰੁਪਏ ਕਿਲੋ ਉੱਥੇ ਅਸਲੀ ਖਬਰ ਜਿਹੜੀ ਰਿਪੋਰਟ ਸਾਹਮਣੇ ਆਉਂਦੀ ਹੈ ਕਿ 100 ਰੁਪਏ ਕਿਲੋ ਨੇ। ਮਤਲਬ ਇੱਧਰੋਂ ਖਰੀਦੋ ਤੇ ਉੱਧਰ ਵੇਚ ਦਿਓ। ਇਹ ਬੜਾ ਵਧੀਆ ਵਪਾਰ, ਇੱਕ ਤੰਜ ਕੱਸਿਆ ਗਿਆ ਪੱਤਰਕਾਰਤਾ ਦੇ ਉੱਤੇ। ਸਾਡੇ ਪੱਤਰਕਾਰਾਂ ਨੂੰ, ਸਾਡੀ ਜਿਹੜਾ ਮੀਡੀਆ ਸਮਾਜ ਹੈ, ਇਹਨੂੰ ਵੀ ਸਮਝਣਾ ਪੈਣਾ, ਆਪਣੀ ਜ਼ਿੰਮੇਵਾਰੀ ਸਮਝਣਗੇ ਤਾਂ ਹੀ ਲੋਕ ਜਾਗਰੂਕ ਹੋਣਗੇ। ਜੇ ਕਿਤੇ ਆਪਣੀਆਂ ਗੱਲਾਂ ਦੇ ਵਿੱਚ ਹੀ ਸਰਕਾਰਾਂ ਵੱਲ ਝਾਕ ਰੱਖਣਗੇ ਤੇ ਫਿਰ ਉਹੋ ਜਿਹਾ ਪ੍ਰਸ਼ਾਸਨ, ਉਹੋ ਜਿਹੇ ਪ੍ਰਬੰਧ, ਤੁਹਾਡੇ ਸਵਾਲ ਚੁੱਕਣ ਦਾ ਕੋਈ ਫਾਇਦਾ ਨਹੀਂ। ਮੀਡੀਆ ਆਪਣਾ ਕੰਮ ਆਪਣੇ ਘਰ ਭਰਨ ਤੱਕ ਕਰਦਾ ਰਹੇਗਾ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।